ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਹਾਂ ਨਵਨੀਤ ਤੇ ਫਤਿਹ.com ਤੇ ਤੁਹਾਡਾ ਸਵਾਗਤ ਹੈ। ਸੋ ਇਹ ਕੁਝ ਗਰੁੱਪ ਬੀ ਵੈਕੈਂਸੀਜ਼ ਜਿਹੜੀਆਂ ਨੇ, ਜਿਵੇਂ ਕਿ ਤੁਹਾਨੂੰ ਪਤਾ ਹੈ ਪਿਛਲੀ ਵੀਡੀਓ ਦੇ ਵਿੱਚ ਵੀ ਆਪਾਂ ਕਿਹਾ ਸੀ ਕਿ ਗਰੁੱਪ ਬੀ ਦੀਆਂ ਵੈਕੈਂਸੀਜ਼ ਵੀ ਜਿਹੜੀਆਂ ਆਉਣਗੀਆਂ PSSB ਦੇ ਥਰੂ ਹੀ ਆਉਣਗੀਆਂ ਔਰ ਟੈਸਟ ਵੀ ਉਹੀ ਕੰਡਕਟ ਕਰਨਗੇ। ਸੋ ਅਕੋਰਡਿੰਗਲੀ ਇਹ ਕੁਝ ਵੈਕੈਂਸੀਜ਼ ਜਿਹੜੀਆਂ ਆਈਆਂ ਨੇ, ਸੋ ਇਹਦੀ ਕੀ ਕੁਆਲੀਫਿਕੇਸ਼ਨ ਹੈ, ਕਿਹੜੇ ਸਟੂਡੈਂਟਸ ਇਹਦੇ ਲਈ ਐਲੀਜੀਬਲ ਹੋਣਗੇ, ਉਹ ਸਾਰਾ ਆਪਾਂ ਡਿਟੇਲ ਦੇ ਵਿੱਚ ਡਿਸਕਸ਼ਨ ਕਰਾਂਗੇ। ਔਰ ਮੇਰੇ ਸਾਰੇ ਸਟੂਡੈਂਟਸ ਨੂੰ ਹੱਥ ਜੋੜ ਕੇ ਬੇਨਤੀ ਹੈ ਵੀ ਇੱਕ ਵਾਰੀ ਵੀਡੀਓ ਜਿਹੜੀ ਹੈ ਪੂਰੀ ਸੁਣ ਲਿਆ ਕਰੋ। ਬਾਅਦ ਵਿੱਚ ਤੁਸੀਂ ਕਮੈਂਟਸ ਕਰਦੇ ਹੋ ਵੀ ਮੈਂ ਆਹ ਕੀਤਾ ਹੈ ਤੇ ਮੈਂ ਇਹਦੇ ਲਈ ਐਲੀਜੀਬਲ ਹਾਂ, ਮੈਂ ਆਹ ਕੀਤਾ ਤੇ ਮੈਂ ਇਹਦੇ ਲਈ ਐਲੀਜੀਬਲ ਹਾਂ, ਜਦਕਿ ਸਾਰੀ ਦੀ ਸਾਰੀ ਡਿਟੇਲ ਨੋਟੀਫਿਕੇਸ਼ਨ ਦੇ ਵਿੱਚ ਲਿਖੀ ਹੁੰਦੀ ਹੈ ਤੇ ਆਪਾਂ ਅੱਜ ਉਹਨੂੰ ਪ੍ਰੋਪਰਲੀ ਇਹਦੇ ਵਿੱਚ ਰੀਡ ਆਊਟ ਵੀ ਕਰਾਂਗੇ। ਠੀਕ ਹੈ, ਸੋ ਪਲੀਜ਼ ਇਹਨੂੰ ਧਿਆਨ ਨਾਲ ਐਂਡ ਤੱਕ ਜਿਹੜਾ ਆ ਸੁਣ ਲਿਓ। ਆਪਾਂ ਇਹਦੇ ਵਿੱਚ ਸਿਰਫ ਨੰਬਰ ਆਫ ਵੈਕੈਂਸੀਜ਼, ਕਿਹੜੀਆਂ ਪੋਸਟਾਂ ਦੀਆਂ ਤੇ ਉਹਨਾਂ ਲਈ ਕੀ ਐਲੀਜੀਬਿਲਟੀ ਕ੍ਰਾਈਟੇਰੀਆ ਆ, ਉਹੀ ਇਹਦੇ ਵਿੱਚ ਜਿਹੜਾ ਦੇਖਾਂਗੇ। ਸੋ ਸਭ ਤੋਂ ਪਹਿਲਾਂ ਜਿਹੜਾ ਆਪਾਂ ਦੇਖੀਏ ਤੇ ਸੀਨੀਅਰ ਅਸਿਸਟੈਂਟ ਦੀਆਂ 12 ਵੈਕੈਂਸੀਜ਼ ਨੇ, ਜਿਨ੍ਹਾਂ ਦੇ ਕਾਫੀ ਸਟੂਡੈਂਟਸ ਜਿਹੜੇ ਆ ਉਹ ਵੇਟ ਕਰਦੇ ਹੁੰਦੇ ਆ। ਠੀਕ ਹੈ, ਔਰ ਇਹਦੇ ਲਈ ਜ਼ਿਆਦਾ ਬੇਸਿਕ ਸਿਰਫ ਗ੍ਰੈਜੂਏਸ਼ਨ ਇਨ ਐਨੀ ਡਿਸਿਪਲਿਨ ਫਰੋਮ ਅ ਰੈਕੋਗਨਾਈਜ਼ਡ ਯੂਨੀਵਰਸਿਟੀ ਤੇ ਪਲੱਸ ਇਹਦੇ ਲਈ ਜਿਹੜਾ ਡਾਇਕ ਲੈਵਲ ਦਾ ਜਾਂ 120 ਆਵਰਸ ਦਾ ਸਰਟੀਫਿਕੇਟ ਇਹਨਾਂ ਨੇ ਮੰਗਿਆ। ਇਹਦੇ ਵਿੱਚ ਨਾਲ ਤੁਹਾਡਾ ਜਿਹੜਾ ਇਸ ਟੈਸਟ ਤੋਂ ਇਲਾਵਾ ਟਾਈਪਿੰਗ ਟੈਸਟ ਵੀ ਹੋਣਾ, ਇੰਗਲਿਸ਼ ਦਾ ਵੀ ਤੇ ਪੰਜਾਬੀ ਦਾ ਵੀ। ਉਹ ਆਪਾਂ ਡਿਟੇਲ ਹੁਣ ਅੱਗੇ ਜਾ ਕੇ ਪੜਾਂਗੇ ਕਿ ਕੀ ਹੈ ਸਾਰੀਆਂ ਵੈਕੈਂਸੀਜ਼ ਲਈ। ਫਿਰ ਉਸ ਤੋਂ ਬਾਅਦ ਸੀਨੀਅਰ ਅਸਿਸਟੈਂਟ IT। ਹੁਣ ਇਹ ਜਿਹੜੇ ਕੁਝ ਪੇਪਰ ਨੇ, ਠੀਕ ਹੈ, ਇਹਨਾਂ ਦੇ ਵਿੱਚ ਹੋ ਸਕਦਾ ਕਿ ਸਬਜੈਕਟ ਜਿੱਦਾਂ IT ਦਾ ਆ ਜਾਂ ਜਨਰਲ ਆ ਜਾਂ ਲੇਖਾ ਆ, ਇਹਨਾਂ ਦੇ ਸਪੈਸੀਫਿਕ ਸਬਜੈਕਟ ਰਿਲੇਟਡ ਪੇਪਰ ਦੇ ਵਿੱਚ ਕੋਈ ਕੁਐਸਚਨਸ ਆਉਣ, ਲੇਕਿਨ ਲਗਭਗ ਪੇਪਰ ਇਹਨਾਂ ਦਾ ਇਕੱਠਾ ਹੀ ਹੋਊਗਾ। ਠੀਕ ਹੈ, ਫਿਰ ਉਸ ਤੋਂ ਬਾਅਦ ਟੈਕਨੀਕਲ ਅਸਿਸਟੈਂਟ ਵੀ ਆ। ਸੋ ਇਹਨਾਂ ਦੀਆਂ ਤਿੰਨਾਂ ਦੀਆਂ ਦੋ ਵੈਕੈਂਸੀਜ਼ ਨੇ। ਉਸ ਤੋਂ ਬਾਅਦ ਜਿਹਦੇ ਲਈ ਕਾਫੀ ਬੱਚੇ ਅਪਲਾਈ ਕਰਨਗੇ ਉਹ ਹੈਗਾ ਇਨਵੈਸਟੀਗੇਸ਼ਨ ਅਸਿਸਟੈਂਟ ਯਾਨੀ ਕਿ ਖੋਜ ਸਹਾਇਕ, ਜਿਹਦੀਆਂ 49 ਵੈਕੈਂਸੀਜ਼ ਨੇ। ਫਿਰ ਉਸ ਤੋਂ ਬਾਅਦ ਲਾਅ ਆਫਿਸਰ ਦੀਆਂ ਨੇ 2 ਵੈਕੈਂਸੀਜ਼ ਨੇ, ਕੁਆਲਿਟੀ ਮੈਨੇਜਰ ਦੀ 1 ਵੈਕੈਂਸੀ ਹੈ, ਦੈਨ ਪਰਸਨਲ ਅਸਿਸਟੈਂਟ ਦੀ PA ਨਿੱਜੀ ਸਹਾਇਕ ਜਿਹਨੂੰ ਆਪਾਂ ਕਹਿੰਦੇ ਆ ਉਹਦੀ 1 ਹੈ, ਜੂਨੀਅਰ ਆਡੀਟਰ ਦੀਆਂ ਜਿਸ 'ਚ ਕਾਫੀ ਬੱਚੇ ਅਪਲਾਈ ਕਰਨਗੇ ਆਉਣ ਵਾਲੇ ਟਾਈਮ ਦੇ ਵਿੱਚ। ਸੋ ਇਹਦੀਆਂ ਜਿਹੜੀਆਂ ਨੇ 60 ਵੈਕੈਂਸੀਜ਼ ਨੇ, ਡਰਾਫਟਮੈਨ ਦੀ 1 ਹੈ ਤੇ ਉਸ ਤੋਂ ਬਾਅਦ ਇੰਸਟ੍ਰਕਟਰ ਦੀਆਂ 25 ਵੈਕੈਂਸੀਜ਼ ਨੇ। ਸੋ ਸਭ ਦੀ ਕੁਆਲੀਫਿਕੇਸ਼ਨ ਅਲੱਗ-ਅਲੱਗ ਨੇ। ਟੋਟਲ ਵੈਕੈਂਸੀ ਸਾਡੇ ਕੋਲ ਨੇ 157। ਸੋ ਇਹ ਆਪਾਂ ਡਿਟੇਲ ਦੇ ਵਿੱਚ ਜਿਹੜਾ ਆ ਇਹਦੀਆਂ ਕੁਆਲੀਫਿਕੇਸ਼ਨਸ ਨੂੰ ਦੇਖਦੇ ਆ ਕਿ ਕੀ ਇਹਦੇ ਵਾਸਤੇ ਐਲੀਜੀਬਿਲਟੀ ਕ੍ਰਾਈਟੇਰੀਆ ਹੈ। ਸੋ ਇਸ ਤੋਂ ਇਲਾਵਾ ਜੋ ਇੰਪੋਰਟੈਂਟ ਡੇਟਸ ਨੇ ਉਹਨਾਂ ਦੇ ਵੱਲ ਵੀ ਇੱਕ ਥੋੜੀ ਜਿਹੀ ਨਜ਼ਰ ਮਾਰਦੇ ਆ। ਆਨਲਾਈਨ ਅਪਲਾਈ ਕਰਨ ਦੀ ਡੇਟ ਸਟਾਰਟ ਹੋ ਚੁੱਕੀ ਹੈ 30 ਅਗਸਤ ਤੋਂ, ਤੇ ਜਿਹੜੀ ਇਹਦੀ ਲਾਸਟ ਡੇਟ ਹੈ ਸਬਮਿਸ਼ਨ ਦੀ ਉਹ ਹੈਗੀ ਹੈ 27 ਸਤੰਬਰ 27 ਸਤੰਬਰ ਲਾਸਟ ਡੇਟ ਆ। ਔਰ ਫੀਸ ਤੁਹਾਨੂੰ ਪਤਾ 2 ਦਿਨ ਬਾਅਦ ਤੱਕ ਵੀ ਤੁਸੀਂ ਡਿਪੋਜ਼ਿਟ ਕਰਾ ਸਕਦੇ ਹੁੰਦੇ ਆ। 29 ਸਤੰਬਰ ਉਹਦੀ ਲਾਸਟ ਡੇਟ ਆ। ਹੁਣ ਆਪਾਂ ਨਜ਼ਰ ਮਾਰਦੇ ਆ ਕਿ ਇਹਨਾਂ ਦਾ ਜਿਹੜਾ ਹੈਗਾ ਐਜੂਕੇਸ਼ਨਲ ਕੁਆਲੀਫਿਕੇਸ਼ਨ ਉਹ ਕੀ ਹੈ। ਸੋ ਸਾਰੀਆਂ ਜਿੰਨੀਆਂ ਵੀ ਵੈਕੈਂਸੀਜ਼ ਆਪਾਂ ਦੇਖ ਰਹੇ ਹਾਂ ਇਹਨਾਂ ਦੀ ਡਿਫਰੈਂਟ ਡਿਪਾਰਟਮੈਂਟਸ ਦੇ ਵਿੱਚ ਰਿਕੁਆਇਰਮੈਂਟ ਹੈਗੀ ਆ। ਠੀਕ ਹੈ, ਸੋ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਸੀਨੀਅਰ ਅਸਿਸਟੈਂਟ ਜਨਰਲ। ਸੋ ਇਹਦੇ ਵਿੱਚ ਬੈਚਲਰਸ ਡਿਗਰੀ ਯਾਨੀ ਕਿ ਗ੍ਰੈਜੂਏਸ਼ਨ ਇਨ ਐਨੀ ਡਿਸਿਪਲਿਨ ਫਰੋਮ ਅ ਰੈਕੋਗਨਾਈਜ਼ਡ ਯੂਨੀਵਰਸਿਟੀ ਔਰ ਇੰਸਟੀਟਿਊਸ਼ਨ ਤੁਹਾਡਾ ਚੱਲੇਗਾ। ਠੀਕ ਹੈ, ਬਾਕੀ ਪੇਪਰ ਤੁਸੀਂ ਕਲੀਅਰ ਕਰਨਾ ਹੈ ਔਰ ਇਹਦੇ ਨਾਲ ਤੁਹਾਡਾ ਜਿਹੜਾ ਆ 120 ਆਵਰਸ ਦਾ ਜਿਹੜਾ ਕੋਰਸ ਹੈ ਕੰਪਿਊਟਰ ਕੋਰਸ ਉਹ ਤੁਹਾਡਾ ਹੋਣਾ ਚਾਹੀਦਾ ਆ। ਠੀਕ ਹੈ, ਜਾਂ ਉਹ ਹੋਵੇ ਤੇ ਜਾਂ ਡਾਇਕ ਲੈਵਲ ਦਾ ਜਿਹੜਾ ਸਰਟੀਫਿਕੇਟ ਉਹ ਤੁਹਾਡਾ ਹੋਣਾ ਚਾਹੀਦਾ ਆ। ਠੀਕ ਹੈ, ਸੋ ਇਸ ਦੇ ਨਾਲ ਤੁਹਾਡਾ ਇੰਗਲਿਸ਼ ਤੇ ਪੰਜਾਬੀ ਟਾਈਪ ਰਾਈਟਿੰਗ ਦਾ ਟੈਸਟ ਵੀ ਜਿਹੜਾ ਆ ਹੋਏਗਾ। ਦੈਨ IT ਦੇ ਵਿੱਚ ਅਗਰ ਗੱਲ ਕਰੀਏ ਤੇ ਇਟਸ ਬੈਚਲਰ ਇਨ ਇਲੈਕਟ੍ਰੋਨਿਕਸ, ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਔਰ ਕੰਪਿਊਟਰ ਸਾਇੰਸ ਯਾਨੀ ਕਿ BCA ਵਾਲੇ ਸਟੂਡੈਂਟ ਵੀ ਜਿਹੜੇ ਆ ਉਹ ਇਹਦੇ ਲਈ ਐਲੀਜੀਬਲ ਹੋਣਗੇ। ਬਟ ਇਹਦੇ ਵਿੱਚ ਇਹਨਾਂ ਨੇ ਰਿਕੁਆਇਰਮੈਂਟ ਜਿਹੜੀ ਹੈ ਮਿਨੀਮਮ 50% ਮਾਰਕਸ ਦੀ ਰੱਖੀ ਹੈ। ਠੀਕ ਹੈ, ਸੋ ਇਸ ਤੋਂ ਇਲਾਵਾ ਜੇ ਇਹ ਨਹੀਂ ਤਾਂ ਇੱਥੇ ਬਹੁਤ ਇੰਪੋਰਟੈਂਟ ਚੀਜ਼ ਜਿਹੜੀ ਧਿਆਨ ਨਾਲ ਤੁਸੀਂ ਵੇਖਣੀ ਹੋਗੀ, ਔਰ ਇਹਦੇ ਨਾਲ ਹੋਰ ਕੀ ਹੈ, ਮਤਲਬ ਇਸ ਤੋਂ ਇਲਾਵਾ ਜੇ ਇਹ ਨਹੀਂ ਤੇ ਫਿਰ ਇਹ ਕੀ ਹੈ, ਤੁਹਾਡੀ MCA ਮਾਸਟਰ ਇਨ ਕੰਪਿਊਟਰ ਐਪਲੀਕੇਸ਼ਨ ਤੁਸੀਂ ਕੀਤੀ ਹੋਣੀ ਚਾਹੀਦੀ ਹੈ। ਅਗੇਨ ਇਹਦੇ ਵਿੱਚ ਕ੍ਰਾਈਟੇਰੀਆ 50% ਮਾਰਕਸ ਦਾ ਵੀ ਹੈਗਾ ਐਂਡ ਠੀਕ ਹੈ ਇੰਪੋਰਟੈਂਟਲੀ ਜਾਂ ਤਾਂ ਆ ਤੇ ਜਾਂ ਤਾਂ ਆ, ਲੇਕਿਨ MCA ਦੇ ਨਾਲ ਵੀ 50% ਮਾਰਕਸ ਹੋਰ ਕੀ ਚਾਹੀਦਾ ਹੈ, ਤੁਹਾਨੂੰ ਘੱਟੋ ਘੱਟ ICT ਦੇ ਫੀਲਡ ਦੇ ਵਿੱਚ 2 ਸਾਲ ਦਾ ਐਕਸਪੀਰੀਅੰਸ ਤੁਹਾਡਾ ਹੋਣਾ ਚਾਹੀਦਾ। ਇਨਫੋਰਮੇਸ਼ਨ ਕਮਿਊਨੀਕੇਸ਼ਨ ਐਂਡ ਟੈਕਨੋਲੋਜੀ ਦੀ ਫੀਲਡ ਦੇ ਵਿੱਚ ਘੱਟੋ ਘੱਟ 2 ਸਾਲ ਦਾ ਐਕਸਪੀਰੀਅੰਸ ਜਿਹੜਾ ਤੁਹਾਡਾ ਹੋਣਾ ਚਾਹੀਦਾ। ਉਸ ਤੋਂ ਬਾਅਦ ਸੀਨੀਅਰ ਸਹਾਇਕ ਲੇਖਾ। ਠੀਕ ਹੈ, ਸੋ ਇਹਦੇ ਵਿੱਚ ਤੁਹਾਡਾ 50% ਦੀ ਰਿਕੁਆਇਰਮੈਂਟ ਤਾਂ ਨਹੀਂ ਹੈਗੀ, ਲੇਕਿਨ BCom ਸੈਕੰਡ ਕਲਾਸ ਇੱਕ ਤਾਂ A ਡਿਗਰੀ ਤੁਹਾਡੇ ਕੋਲ ਹੋਣੀ ਚਾਹੀਦੀ ਆ। ਲੈਸ ਦੈਨ 50% ਚੱਲੂਗਾ ਸੈਕੰਡ ਕਲਾਸ, ਬਟ
ਇਹਦੇ ਵਿੱਚ ਐਕਸਪੀਰੀਅੰਸ ਇਹਨਾਂ ਨੇ ਮੰਗਿਆ ਆ ਘੱਟੋ ਘੱਟ 3 ਸਾਲਾਂ ਦਾ ਇਨ ਅ ਕਮਰਸ਼ੀਅਲ ਆਰਗੇਨਾਈਜੇਸ਼ਨ, ਠੀਕ ਹੈ। ਦੈਨ ਇਹ ਟੈਸਟ ਨਾਲ ਤੁਸੀਂ ਜਿਹੜਾ ਲੈਣਾ ਇਹਨਾਂ ਨੇ ਉਹ ਕਲੀਅਰ ਕੀਤਾ ਹੋਣਾ ਚਾਹੀਦਾ, ਪਲੱਸ 120 ਆਵਰਸ ਦਾ ਜਾਂ ਡਾਈਟ ਲੈਵਲ ਦਾ ਜਿਹੜਾ ਸਰਟੀਫਿਕੇਟ ਹੈ ਉਹ ਤੁਹਾਡਾ ਹੋਣਾ ਚਾਹੀਦਾ ਹੈ, ਠੀਕ ਹੈ। ਇਸ ਤੋਂ ਇਲਾਵਾ ਇੰਗਲਿਸ਼ ਪੰਜਾਬੀ ਟਾਈਪਿੰਗ ਜਿਹੜੀ ਹੈ ਉਹ ਤੁਹਾਡਾ ਟੈਸਟ ਜਿਹੜਾ ਆ ਇਹ ਹੋਏਗਾ। ਦੈਨ ਉਸ ਤੋਂ ਬਾਅਦ ਟੈਕਨੀਕਲ ਅਸਿਸਟੈਂਟ ਦੀ ਗੱਲ ਕਰੀਏ ਆਪਾਂ। ਟੈਕਨੀਕਲ ਅਸਿਸਟੈਂਟ ਦੇ ਵਿੱਚ ਤੁਹਾਡੇ ਕੋਲ ਮਾਸਟਰ ਡਿਗਰੀ ਫਰੋਮ ਅ ਰੈਕਗਨਾਈਜ਼ਡ ਯੂਨੀਵਰਸਿਟੀ ਔਰ ਐਨ ਇੰਸਟੀਟਿਊਸ਼ਨ ਕਾਦੇ ਵਿੱਚ, ਇਕਨੋਮਿਕਸ ਔਰ ਮੈਥਸ ਔਰ ਐਗਰੀਕਲਚਰਲ ਇਕਨੋਮਿਕਸ ਔਰ ਕਾਮਰਸ ਵਿਦ ਸਟੈਟਿਸਟਿਕਸ। ਜੇਕਰ ਤੁਸੀਂ ਕਾਮਰਸ ਵੀ ਰੱਖਿਆ ਹੈ ਪਰ ਉਹਦੇ ਵਿੱਚ ਸਟੈਟਿਸਟਿਕਸ ਆਪਾਂ ਪੜ੍ਹਦੇ ਹਾਂ, ਜਿਨ੍ਹਾਂ ਨੇ ਕਾਮਰਸ ਰੱਖਿਆ ਹੁੰਦਾ ਸਟੈਟਿਸਟਿਕਸ ਐਜ਼ ਅ ਸਬਜੈਕਟ ਹੋਣਾ ਚਾਹੀਦਾ ਹੈ। ਅਗੇਨ ਇਹਦੇ ਵਿੱਚ ਐਟਲੀਸਟ 50% ਦੀ ਰਿਕੁਆਇਰਮੈਂਟ ਜਿਹੜੀ ਆ ਉਹ ਇਹਨਾਂ ਨੇ ਰੱਖੀ ਹੈ। ਫਿਰ ਜੇਕਰ ਇਹ ਨਹੀਂ ਤੇ ਫਿਰ ਜਿਹੜੀ ਮਾਸਟਰ ਡਿਗਰੀ ਹੈ ਵਿਦ ਐਟਲੀਸਟ 50% ਮਾਰਕਸ ਫਰੋਮ ਅ ਰੈਕਗਨਾਈਜ਼ਡ ਯੂਨੀਵਰਸਿਟੀ ਔਰ ਐਨ ਇੰਸਟੀਟਿਊਸ਼ਨ ਇਨ ਸਟੈਟਿਸਟਿਕਸ, ਠੀਕ ਹੈ। ਕੱਲਾ ਸਟੈਟਿਸਟਿਕਸ ਦੇ ਵਿੱਚ ਵੀ ਜੇਕਰ ਤੁਸੀਂ ਮਾਸਟਰ ਡਿਗਰੀ ਕੀਤੀ ਹੈ ਈਵਨ ਦੈਨ ਯੂ ਆਰ ਐਲੀਜੀਬਲ ਫॉर ਦਿਸ ਪੋਸਟ, ਠੀਕ ਹੈ। ਲੇਕਿਨ ਉਹਨਾਂ ਨੇ ਕੀ ਕਿਹਾ ਹੈ ਕਿ ਜਿਹਦੇ ਕੋਲ ਐਕਸਪੀਰੀਅੰਸ ਹੋਏਗਾ ਨਾ ਸਟੈਟਿਸਟਿਕਸ ਰਿਲੇਟਡ, ਠੀਕ ਹੈ, ਮਿਨੀਮਮ ਕਿੰਨਾ ਫॉर ਅ ਮਿਨੀਮਮ ਪੀਰੀਅਡ ਆਫ 1 ਈਅਰ ਉਹਨੂੰ ਜਿਹੜੀ ਹੈ ਪਹਿਲ ਦਿੱਤੀ ਜਾਊਗੀ, ਠੀਕ ਹੈ। ਇਸ ਤੋਂ ਇਲਾਵਾ ਔਰ, ਠੀਕ ਹੈ, ਇੱਕ ਸੀਗਾ ਗ੍ਰੈਜੂਏਸ਼ਨ, ਦੂਸਰਾ ਇਹਨਾਂ ਨੇ ਚੋਇਸ ਦਿੱਤੀ ਤੁਹਾਡੀ ਮਾਸਟਰਸ ਇਨ ਸਟੈਟਿਸਟਿਕਸ, ਤੀਸਰੀ ਇਹਨਾਂ ਨੇ ਚੋਇਸ ਕੀ ਦਿੱਤੀ ਆ ਮਾਸਟਰ ਡਿਗਰੀ ਹੋਵੇ ਵਿਦ ਲੈਸ ਦੈਨ 50% ਵੀ ਹੋਣ ਤਾਂ ਵੀ ਚੱਲੇਗਾ। ਕਾਦੇ ਕਾਦੇ ਵਿੱਚ, ਇਕਨੋਮਿਕਸ, ਮੈਥਸ, ਐਗਰੀਕਲਚਰ ਇਕਨੋਮਿਕਸ ਜਾਂ ਕਾਮਰਸ ਵਿਦ ਸਟੈਟਿਸਟਿਕਸ और मास्टर डिग्री with at least 50% marks from a recognized university in statistics, ठीक है। लेकिन ਇਹਦੇ ਵਿੱਚ ਉਹਨਾਂ ਨੇ ਅਗੇਨ 3 ਸਾਲਾਂ ਦਾ ਐਕਸਪੀਰੀਅੰਸ ਮੰਗਿਆ। ਉਹਦੇ ਵਿੱਚ ਉਹਨਾਂ ਨੇ ਕੀ ਮੰਗਿਆ ਸੀ, ਸਟੈਟਿਸਟਿਕਸ ਦੀ ਡਿਗਰੀ ਹੋਵੇ ਮਾਸਟਰ ਪਰ 1 ਸਾਲ ਦਾ ਐਕਸਪੀਰੀਅੰਸ ਹੋਣਾ ਚਾਹੀਦਾ। ਇਹਦੇ ਵਿੱਚ ਉਹ ਕਹਿੰਦੇ ਵੀ ਜੇ ਤੁਹਾਡੇ 50% ਤੋਂ ਘੱਟ ਨੇ ਤੇ ਤੁਹਾਡੇ ਕੋਲ 3 ਸਾਲ ਦਾ ਐਕਸਪੀਰੀਅੰਸ ਆ then you are eligible, ਠੀਕ ਹੈ। ਤੇ ਉਸ ਤੋਂ ਬਾਅਦ ਗੱਲ ਕਰਦੇ ਹਾਂ ਖੋਜ ਸਹਾਇਕ ਯਾਨੀ ਕਿ ਇਨਵੈਸਟੀਗੇਸ਼ਨ ਆਫੀਸਰ ਦੀ ਅਸਿਸਟੈਂਟ ਦੀ। ਜਲ ਸਰੋਤ ਵਿਭਾਗ ਦੇ ਵਿੱਚ ਹੈ ਵੈਕੈਂਸੀ। ਸੋ ਇਹਦੇ ਵਿੱਚ BSc ਅਗਰ ਤੁਹਾਡੀ ਹੈਗੀ ਹੈ ਨਾਨ ਮੈਡੀਕਲ ਜਾਂ BSc ਤੁਹਾਡੀ ਆਨਰਸ ਦੇ ਵਿੱਚ ਹੈ ਜਾਂ BTech ਸਿਵਲ ਹੈ ਵਿਦ ਮਿਨੀਮਮ 60% ਮਾਰਕਸ ਦਾ ਕ੍ਰਾਈਟੇਰੀਆ ਜਿਹੜਾ ਆ ਇਹਨਾਂ ਨੇ ਰੱਖਿਆ ਹੋਇਆ ਆ, ਠੀਕ ਹੈ। ਬੈਚਲਰਸ ਡਿਗਰੀ ਇਨ ਸਾਇੰਸ ਆਨਰਸ BTech ਸਿਵਲ ਵਿਦ ਮਿਨੀਮਮ 60% ਮਾਰਕਸ ਜਿਹੜੇ ਆ in aggregate or an institution in any of these such as physics, chemistry and maths. So ਤੁਸੀਂ ਇਹਦੇ ਲਈ ਅਪਲਾਈ ਕਰ ਸਕਦੇ ਹੋ। then ਉਸ ਤੋਂ ਬਾਅਦ ਮੈਂ ਗੱਲ ਕਰਦੀ ਹਾਂ ਇਨਵੈਸਟੀਗੇਸ਼ਨ ਅਸਿਸਟੈਂਟ ਦੀ, ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ। ਸੋ ਇਹ ਤੁਸੀਂ ਕਾਫੀ ਜ਼ਿਆਦਾ ਸੁਣਿਆ ਹੋਊਗਾ ਇਹ ਡਿਪਾਰਟਮੈਂਟ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਵੀ, ਜਿਸ ਬੱਚੇ ਜਿਹੜੇ ਪੰਜਾਬੀ ਦੇ ਪੇਪਰ ਨੂੰ ਦਿੰਦੇ ਨੇ, ਪੰਜਾਬ ਦੇ ਜਿੰਨੇ ਵੀ ਪੇਪਰ ਨੇ ਉਹਨਾਂ ਨੂੰ ਪਾਸ ਕਰਨ ਲਈ। ਸੋ ਸਭ ਤੋਂ ਪਹਿਲਾਂ ਤੇ ਇਹਦੇ ਵਿੱਚ ਸ਼ੁੱਡ ਹੈਵ ਪਾਸਡ ਡਿਗਰੀ ਆਫ ਪੋਸਟ ਗ੍ਰੈਜੂਏਸ਼ਨ, ਠੀਕ ਹੈ। ਮਾਸਟਰਸ ਹੋਵੇ ਪ੍ਰੈਫਰੇਬਲੀ ਇਨ ਪੰਜਾਬੀ, ਹਿੰਦੀ ਜਾਂ ਇੰਗਲਿਸ਼, ਐਟਲੀਸਟ 50% ਕ੍ਰਾਈਟੇਰੀਆ ਇੱਥੇ ਵੀ ਇਹਨਾਂ ਨੇ ਰੱਖਿਆ ਹੋਇਆ ਆ, ਠੀਕ ਹੈ। ਦੈਨ ਉਸ ਤੋਂ ਬਾਅਦ ਉਹਨਾਂ ਨੇ ਸ਼ੁੱਡ ਹੈਵ ਲਿਖਿਆ ਹੈ ਕਿ ਸ਼ੁੱਡ ਹੈਵ ਪੋਜੈਸਡ ਕ੍ਰੀਏਟਿਵ ਰਾਈਟਿੰਗ ਸਕਿੱਲਸ ਇਨ ਦ ਫੀਲਡ ਆਫ ਰਾਈਟਿੰਗ ਆਫ ਆਰਟੀਕਲਸ, ਰਿਸਰਚ ਪੇਪਰਸ, ਜਰਨਲਸ ਔਰ ਹਾਈ ਰਿਪਿਊਟ ਬੁੱਕਸ, ਠੀਕ ਹੈ। ਸਪੈਸ਼ਲੀ ਜਿਹੜੇ ਸਟੂਡੈਂਟਸ JRF ਵਗੈਰਾ ਵਾਲੇ ਹੁੰਦੇ ਨੇ ਜਾਂ ਰਿਸਰਚ ਕਰ ਰਹੇ ਹੁੰਦੇ, ਥੀਸਿਸ ਕਰ ਰਹੇ ਹੁੰਦੇ ਨੇ, ਸੋ ਉਹ ਬੱਚਿਆਂ ਨੂੰ ਜਿਹੜਾ ਆ ਇਹਦੇ ਵਿੱਚ ਪ੍ਰੈਫਰੈਂਸ ਮਿਲੇਗੀ। ਸ਼ੁੱਡ ਹੈਵ ਔਰ ਨਾਲ ਕੀ ਹੈ, ਸ਼ੁੱਡ ਹੈਵ acquired 2 year ਟੀਚਿੰਗ ਐਕਸਪੀਰੀਅੰਸ ਇਨ ਐਨੀ ਗਵਰਨਮੈਂਟ ਰਨ ਸਕੂਲ ਐਫੀਲੀਏਟਡ ਔਰ ਰੈਕਗਨਾਈਜ਼ਡ ਕਾਲਜ ਔਰ ਯੂਨੀਵਰਸਿਟੀ, ਠੀਕ ਹੈ। ਗਵਰਨਮੈਂਟ ਐਫੀਲੀਏਟਡ ਕਾਲਜ ਦੇ ਵਿੱਚ ਜਾਂ ਸਕੂਲ ਦੇ ਵਿੱਚ ਗਵਰਨਮੈਂਟ ਰਨ 2 ਸਾਲ ਦਾ ਘੱਟੋ ਘੱਟ ਐਕਸਪੀਰੀਅੰਸ ਵੀ ਜਿਹੜਾ ਆ ਹੋਣਾ ਚਾਹੀਦਾ ਹੈ, ਠੀਕ ਹੈ। ਸੋ ਇਹਦੇ ਵਿੱਚ ਤੇ ਇਹਦੇ ਵਿੱਚ ਆਪਸ਼ਨ ਆ ਜਿਹੜਾ ਫਸਟ ਆ ਵੀ ਪੰਜਾਬੀ, ਹਿੰਦੀ ਜਾਂ ਇੰਗਲਿਸ਼ ਵਿਦ ਐਟਲੀਸਟ 50%, ਇਹਦੇ 'ਚ ਕੋਈ ਆਪਸ਼ਨ ਨਹੀਂ, ਇਹ ਤੇ ਹੋਣੀ ਚਾਹੀਦੀ ਹੈ ਪੋਸਟ ਗ੍ਰੈਜੂਏਸ਼ਨ। ਲੇਕਿਨ ਆਹ ਦੋ ਜਿਹੜੀਆਂ ਆਪਸ਼ਨਸ ਨੇ ਇਹਨਾਂ ਦੇ ਵਿੱਚ ਤੁਹਾਡੇ ਕੋਲ ਚੋਇਸ ਹੈ ਕਿ ਜੇ ਤੁਸੀਂ ਇਹ ਜਾਂ ਤਾਂ ਤੁਹਾਡੇ ਕੋਲ 2 ਸਾਲ ਦਾ ਐਕਸਪੀਰੀਅੰਸ ਹੈ ਜਾਂ ਤੁਸੀਂ ਇਹਦੇ ਵਿੱਚ ਤੁਸੀਂ ਕੋਈ ਆਰਟੀਕਲ ਲਿਖਿਆ ਉਹ ਪਬਲਿਸ਼ ਹੋਇਆ ਤੁਹਾਡੇ ਕਿਸੇ ਜਰਨਲ ਦੇ ਵਿੱਚ, ਠੀਕ ਹੈ, ਕੋਈ ਰਿਸਰਚ ਪੇਪਰ ਲਿਖਿਆ, ਸੋ ਇਹਦੇ ਵਿੱਚ ਤੁਹਾਡਾ ਜਿਹੜਾ ਤੁਸੀਂ ਫਿਰ ਐਲੀਜੀਬਲ ਹੋ, ਫਿਰ ਤੁਹਾਨੂੰ ਇਹਦੀ ਰਿਕੁਆਇਰਮੈਂਟ ਨਹੀਂ ਹੈ ਜਾਂ ਇਹਦੀ ਹੈ ਜਾਂ ਇਹਦੀ ਹੈ। ਦੈਨ ਉਸ ਤੋਂ ਬਾਅਦ ਹੈਗਾ ਲਾਅ ਆਫਿਸਰ। ਸੋ ਇਹਦੇ ਵਿੱਚ ਕੀ ਹੈ, ਸ਼ੁੱਡ ਹੈਵ ਪਾਸਡ ਅ ਪ੍ਰੋਫੈਸ਼ਨਲ ਡਿਗਰੀ ਇਨ ਲਾਅ ਫਰੋਮ ਅ ਰੈਕਗਨਾਈਜ਼ਡ ਯੂਨੀਵਰਸਿਟੀ ਔਰ ਐਨ ਇੰਸਟੀਟਿਊਸ਼ਨ, who have at least 3 year experience as advocate at bar or an experience of post involving legal work, ठीक है। सो minimum 3 years ਦਾ experience ਜਿਹੜਾ ਇਹਦੇ ਵਿੱਚ ਇਹਨਾਂ ਨੇ ਮੰਗਿਆ ਆ।
ਦੈਨ ਉਸ ਤੋਂ ਬਾਅਦ ਹੈਗਾ ਤੁਹਾਡਾ ਕੁਆਲਿਟੀ ਮੈਨੇਜਰ, ਜਿਹਦੀ ਸਿਰਫ ਇੱਕ ਹੀ ਪੋਸਟ ਹੈ। ਇਹਦੇ ਵਿੱਚ ਇਹਨਾਂ ਨੇ 10+2 ਮੰਗੀ ਹੋਈ ਆ, ਠੀਕ ਹੈ, ਲੇਕਿਨ ਉਹਦੇ ਨਾਲ ਨਾਲ ਕੀ ਮੰਗਿਆ ਆ 3 ਸਾਲ ਦਾ 3 years ਕੋਰਸ ਇਨ 에ਅਰਕ੍ਰਾਫਟ ਮੇਨਟੇਨੈਂਸ ਇੰਜੀਨੀਅਰਿੰਗ ਅਪਰੂਵਡ ਬਾय DGCA गवर्नमेंट ऑफ इंडिया, ठीक है, डायरेक्टर जनरल सिविल एविएशन गवर्नमेंट ऑफ इंडिया के तहत जो ਤੁਹਾਡਾ 3 साल का कोर्स ਇਹਦੇ अंडर ਜਿਹੜਾ एयरक्राफ्ट मेनटेनेंस इंजीनियरिंग ਦਾ ਉਹ ਤੁਸੀਂ ਕੀਤਾ ਹੋਣਾ ਚਾਹੀਦਾ ਆ। ਉਸ ਤੋਂ ਇਲਾਵਾ ਇਹਨਾਂ ਨੇ ਕਿਹਾ ਹੈ ਕਿ ਤੁਹਾਡੇ ਕੋਲ ਘੱਟੋ ਘੱਟ 5 ਸਾਲ ਦਾ ਐਕਸਪੀਰੀਅੰਸ ਵੀ ਹੋਣਾ ਚਾਹੀਦਾ ਹੈ ਕੁਆਲਿਟੀ ਕੰਟਰੋਲ ਸੈੱਲ ਦਾ ਇਨ ਰਿਪਿਊਟਡ ਐਵੀਏਸ਼ਨ ਆਰਗੇਨਾਈਜੇਸ਼ਨ, ਠੀਕ ਹੈ, ਤੇ ਸਾਰਾ ਇਹਦਾ ਮਤਲਬ ਤੁਹਾਨੂੰ ਨੌਲੇਜ ਜਿਹੜੀ ਹੈ ਪਹਿਲਾਂ ਹੀ ਹੋਣੀ ਚਾਹੀਦੀ ਆ। ਇਸ ਤੋਂ ਇਲਾਵਾ ਤੁਹਾਡੇ ਕੋਲ O ਲੈਵਲ ਸਰਟੀਫਿਕੇਟ ਕੰਪਿਊਟਰ ਦਾ ਜਿਹੜਾ ਆ ਹੋਣਾ ਚਾਹੀਦਾ ਹੈ, ਠੀਕ ਹੈ। ਦੈਨ ਉਸ ਤੋਂ ਬਾਅਦ ਆ ਗਿਆ ਤੁਹਾਡਾ ਪਰਸਨਲ ਅਸਿਸਟੈਂਟ, ਨਿੱਜੀ ਸਹਾਇਕ। ਸੋ ਇਹਦੇ ਲਈ ਸਿੰਪਲ ਗ੍ਰੈਜੂਏਸ਼ਨ ਇਹਨਾਂ ਨੇ ਮੰਗੀ ਹੈ, ਠੀਕ ਹੈ। ਦੈਨ ਉਸ ਤੋਂ ਬਾਅਦ ਪੰਜਾਬੀ ਟਾਈਪਿੰਗ ਇਹਨਾਂ ਨੇ ਮੰਗੀ ਹੈ, ਇੰਗਲਿਸ਼ ਟਾਈਪਿੰਗ ਮੰਗੀ ਹੈ, ਠੀਕ ਹੈ, ਤੇ ਅਗੇਨ 120 ਆਵਰਸ ਦਾ ਜਿਹੜਾ ਸਰਟੀਫਿਕੇਟ ਹੈ ਕੰਪਿਊਟਰ ਸਰਟੀਫਿਕੇਟ ਜਾਂ ਕੰਪਿਊਟਰ ਦਾ O ਲੈਵਲ ਸਰਟੀਫਿਕੇਟ ਜਿਹੜਾ ਆ ਉਹ ਇਹਨਾਂ ਨੇ ਮੰਗਿਆ ਆ। ਦੈਨ ਉਸ ਤੋਂ ਬਾਅਦ ਹੈਗਾ ਜੂਨੀਅਰ ਆਡੀਟਰ। ਜੂਨੀਅਰ ਆਡੀਟਰ ਦੀਆਂ ਵੀ ਕਾਫੀ ਵੈਕੈਂਸੀਜ਼ ਨੇ। ਸੋ ਇਹਦੇ ਵਿੱਚ BCom ਫਸਟ ਡਿਵੀਜ਼ਨ ਦੇ ਨਾਲ ਤੁਹਾਡੀ BCom ਜਿਹੜੀ ਹੈ ਹੋਣੀ ਚਾਹੀਦੀ ਹੈ, ਯਾਨੀ ਕਿ ਅਬਾਵ 50% ਮਾਰਕਸ, ਪਲੱਸ MCom ਸੈਕੰਡ ਡਿਵੀਜ਼ਨ ਫਰੋਮ ਅ ਰੈਕਗਨਾਈਜ਼ਡ ਯੂਨੀਵਰਸਿਟੀਜ਼, ਠੀਕ ਹੈ। ਦੈਨ ਉਸ ਤੋਂ ਬਾਅਦ ਐਸ ਪਰ ਅਪੈਂਡਿਕਸ B ਆਫ ਪੰਜਾਬੀ ਲੋਕਲ ਆਡਿਟ ਸਰਵਿਸ ਰੂਲਸ ਰੀਡ ਵਿਦ FD ਨੋਟੀਫਿਕੇਸ਼ਨ, ਜੋ ਵੀ ਇਹਨਾਂ ਦਾ ਮਤਲਬ ਸਿੰਪਲੀ ਤੁਹਾਡਾ ਜਿਹੜਾ ਆ ਇਹ ਹੋਣਾ ਚਾਹੀਦਾ BCom ਫਸਟ ਡਿਵੀਜ਼ਨ, ਜਾਂ ਜੇ ਤੁਸੀਂ MCom ਕੀਤੀ ਆ ਤੇ ਸੈਕੰਡ ਡਿਵੀਜ਼ਨ ਵਿੱਚ ਘੱਟੋ ਘੱਟ ਤੁਹਾਡੀ ਹੋਵੇ। ਸੋ ਕਾਮਰਸ ਵਾਲੇ ਬੱਚੇ ਮੇਨਲੀ ਇਸ ਲਈ ਐਲੀਜੀਬਲ ਨੇ। ਸੋ ਡਰਾਫਟਸਮੈਨ ਦੀ ਜਿਹੜੀ ਵੈਕੈਂਸੀ ਹੈ ਇਹਦੇ ਲਈ ਕੀ ਹੈ ਕਿ ਮੈਟ੍ਰਿਕ ਪਾਸ ਕੀਤੀ ਹੋਣੀ ਚਾਹੀਦੀ ਹੈ ਵਿਦ ਪੰਜਾਬੀ ਐਸ ਵਨ ਆਫ ਦੀ ਸਬਜੈਕਟ, ਤੇ ਉਹਦੇ ਨਾਲ ਕੀ ਰਿਕੁਆਇਰਡ ਆ ਐਂਡ should possess 2 year certificate of draftsman civil from an industrial training institute, ਜਿਹੜੇ ITI ਹੁੰਦੇ ਨੇ ਕਾਲਜਸ, ਉੱਥੋਂ ਇਹ ਸਰਟੀਫਿਕੇਟ ਜਿਹੜਾ ਮਿਲਦਾ ਆ। ਸੋ 2 ਸਾਲ ਦਾ ਘੱਟੋ ਘੱਟ ਸਰਟੀਫਿਕੇਟ ਜਿਹੜਾ ਹੋਵੇ। ਦੈਨ ਲਾਸਟ ਹੈਗਾ ਤੁਹਾਡਾ ਇੰਸਟ੍ਰਕਟਰ, ਇਹਦੀਆਂ ਵੀ ਕਾਫੀ ਵੈਕੈਂਸੀਜ਼ ਨੇ। ਸੋ ਇਹਦੇ ਸਿੰਪਲ ਗ੍ਰੈਜੂਏਸ਼ਨ ਜਿਹੜੀ ਹੈ ਤੁਹਾਡੀ ਹੋਣੀ ਚਾਹੀਦੀ ਹੈ, ਠੀਕ ਹੈ, ਤੇ ਪਲੱਸ ਗ੍ਰੈਜੂਏਸ਼ਨ ਦੇ ਵਿੱਚ ਜਿਹੜੀ ਪੰਜਾਬੀ ਆ ਐਜ਼ ਐਨ ਇਲੈਕਟਿਵ ਪੰਜਾਬੀ ਜਿਹੜਾ ਸਬਜੈਕਟ ਆ ਤੁਸੀਂ ਪੜ੍ਹਿਆ ਹੋਇਆ ਹੋਣਾ ਚਾਹੀਦਾ ਹੈ, ਠੀਕ ਹੈ। ਦੈਨ ਸੈਕਿੰਡ ਨੰਬਰ ਦੀ ਜਿਹੜੀ ਮੈਂਡੇਟਰੀ ਰਿਕੁਆਇਰਮੈਂਟ ਆ ਉਹ ਹੈਗੀ ਹੈ ਸ਼ੁੱਡ ਹੈਵ ਕੁਆਲੀਫਾਈਡ ਟੈਸਟ ਆਫ ਪੰਜਾਬੀ ਸਟੈਨੋਗ੍ਰਾਫੀ, ਮਤਲਬ ਉਹੀ ਜਿਹੜਾ ਤੁਹਾਡਾ ਟਾਈਪਿੰਗ ਟੈਸਟ ਆ ਉਹ ਵੀ ਤੁਸੀਂ ਨਾਲ ਕਲੀਅਰ ਕਰਨਾ ਆ। ਸ਼ੁੱਡ ਹੈਵ ਥਰਡ ਕੀ ਹੈ, ਥਰਡ ਦੇ ਵਿੱਚ ਇਹਨਾਂ ਕੋਲ 2 ਚੋਇਸਿਸ ਤੁਹਾਨੂੰ ਦਿੱਤੀਆਂ ਨੇ। ਪਹਿਲੀ ਸ਼ੁੱਡ ਹੈਵ ਪੋਸੈਸਡ ਐਟਲੀਸਟ 1 year ਐਕਸਪੀਰੀਅੰਸ ਐਜ਼ ਸਟੈਨੋਗ੍ਰਾਫਰ ਇਨ ਗਵਰਨਮੈਂਟ ਆਫਿਸ ਜਾਂ ਫਿਰ ਕਿਸੇ ਰੈਕਗਨਾਈਜ਼ਡ ਇੰਸਟੀਟਿਊਸ਼ਨ ਦੇ ਵਿੱਚ, ਜਾਂ ਫਿਰ you should have passed test of ਅਧਿਆਨ ਐਂਡ ਅਧਿਆਪਨ ਕੋਰਸ ਆਫ ਪੰਜਾਬੀ ਸਟੈਨੋਗ੍ਰਾਫੀ ਫਰੋਮ ਲੈਂਗੁਏਜ ਡਿਪਾਰਟਮੈਂਟ ਪੰਜਾਬ, ਠੀਕ ਹੈ। ਬਸ ਇਹੀ ਸੀਗਾ। ਸੋ ਇਹਦੇ ਤੋਂ ਇਲਾਵਾ ਅਗਰ ਤੁਹਾਨੂੰ ਕੋਈ ਡਾਊਟ ਹੈ ਤਾਂ ਤੁਸੀਂ ਫਿਰ ਕਮੈਂਟ ਸੈਕਸ਼ਨ 'ਚ ਪੁੱਛ ਸਕਦੇ ਹੋ। ਧੰਨਵਾਦ।